हेलो स्टूडेंट्स, वेलकम बैक। अज आप टॉपिक करांगे बाइनोमियल थ्योरम। साडा पहला चैप्टर जिहड़ा आपां पहला चैप्टर पढ़े कंपलैक्स नंबर वो साडा खत्म हो गया है ना। ਉਹਦੇ ਵਿੱਚੋਂ ਥੋੜੀਆਂ ਚੀਜ਼ਾਂ ਰਹਿ ਗਈਆਂ ਜਿਹੜੀਆਂ ਆਪਾਂ ਜਦੋਂ ਕਲਾਸਿਸ ਲੱਗਣਗੀਆਂ ਵਿੱਚ ਥੋੜਾ ਜਿਹਾ ਕਵਰ ਕਰਾਂਗੇ। ਥੋੜੇ ਜਿਹੇ ਸਾਹਮਣੇ ਰਹਿ ਗਏ ਉਹਦੇ 'ਚ, ਥੋੜੇ ਜਿਹੇ ਆਰਟੀਕਲ, ਥੋੜੇ ਜਿਹੇ ਕਨਸੈਪਟ ਰਹਿ ਗਏ ਉਹਦੇ 'ਚ। ਆਪਾਂ ਫਿਲਹਾਲ ਉਹਨਾਂ ਕਰੀ ਜਾਈਏ ਜਿੰਨੇ ਦਾ ਤੁਹਾਨੂੰ ਬੇਸਿਕ ਕਨਸੈਪਟ ਕਲੀਅਰ ਹੁੰਦੇ ਜਾਣ ਹੈ ਨਾ। ਕਾਫੀ 70-80% ਆਪਾਂ ਚੈਪਟਰ ਕਵਰ ਕਰ ਲਿਆ ਸੀ। ਵਿੱਚੋਂ ਥੋੜ੍ਹੇ ਜਿਹੇ ਸਾਹਮਣੇ ਆ ਗਿਆ ਅਲੱਗ ਟਾਈਪ ਦੇ ਮੋਡ ਦੇ ਪ੍ਰੋਪਰਟੀਜ਼ ਕੰਪਲੈਕਸ ਨੰਬਰ ਦੀਆਂ। ਜਦੋਂ ਕਲਾਸਿਸ ਲੱਗਣਗੀਆਂ ਉਹ ਫੇਸ ਟੂ ਫੇਸ ਹੋਣਗੇ, ਆਰਟੀਕਲਸ ਵਗੈਰਾ ਹੈਗੇ ਸੀ। ਹੁਣ ਇਹ ਨਵਾਂ ਚੈਪਟਰ ਟੌਪਿਕ ਤੁਹਾਡਾ ਹੈਗਾ ਬਾਈਨੋਮੀਅਲ ਥਿਓਰਮ। ਇਹ ਬਾਈਨੋਮੀਅਲ ਤੁਹਾਡੀ ਬੁੱਕ 'ਚ ਨਾ 8th ਚੈਪਟਰ ਹੋਣਾ ਹੈ ਨਾ। ਕੰਪਲੈਕਸ ਨੰਬਰ 5th ਜਾਂ 8th ਆਪਾਂ ਵਿੱਚੋਂ ਉਹ ਨਿਕਾਲ ਲੈਣੇ ਆ ਜਿਹੜੇ ਬਿਲਕੁਲ ਹੀ ਸਿੰਪਲ ਚੈਪਟਰ ਹੈਗੇ ਆ। ਬਾਈਨੋਮੀਅਲ ਕੀ ਹੁੰਦੀ ਹੈ ਸਮਝਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ। ਜਿੱਦਾਂ ਆਪਾਂ a + x ਦੀ ਸਕੁਏਅਰ ਖੋਲਿਆ ਕਿੰਨਾ ਆ ਗਿਆ, ਜਾਂ a + b ਲਾ ਲਓ। a + b ਦਾ ਹੋਲ ਸਕੁਏਅਰ ਖੋਲਿਆ ਕਿੰਨਾ ਹੁੰਦਾ ਹੈ, a² + b 2ab + b²। ਉਦਾਂ ਹੀ ਆਪਾਂ a + b ਦਾ ਹੋਲ ਕਿਊਬ ਵੀ ਪੜਿਆ, a² + 3a²b + 3ab² + b³ ਤੁਸੀਂ ਆਪਣੇ ਹਿਸਾਬ ਨਾਲ ਲਿਖ ਲਿਓ ਜਿੱਦਾਂ ਤੁਸੀਂ ਲਿਖਦੇ ਹੋ। a³ + b³ 3ab a + b ਮੈਂ ਪੂਰਾ ਖੋਲ ਕੇ ਕਰਤਾ। ਆਪਾਂ ਨੇ ਸਿਰਫ ਇਹ ਕੀ ਪੜਿਆ, a + b ਦਾ ਹੋਲ ਸਕੁਏਅਰ ਜਾਂ a - b ਦਾ ਹੋਲ ਸਕੁਏਅਰ, a + b ਦਾ ਹੋਲ ਕਿਊਬ ਜਾਂ a - b ਦਾ ਹੋਲ ਕਿਊਬ, ਇਹੀ ਪੜੇ ਆ। ਪਰ ਅਗਰ ਸਾਡੇ ਕੋਲ ਇਦਾਂ ਆ ਜੇ a + b ਦੀ ਪਾਵਰ 4 ਜਾਂ a + b ਦੀ ਪਾਵਰ 5 6 7 ਕੁਝ ਵੀ ਪੁੱਛਦਾ 8, ਫਿਰ ਇਹਨੂੰ ਕਿੱਦਾਂ ਸੋਲਵ ਕਰਾਂਗੇ ਹੈ ਨਾ। ਆਪਾਂ ਕੀ ਪੜਿਆ ਸੀ, ਦੋ ਵੇਰੀਏਬਲ 'ਚ a + b ਦੀ ਪਾਵਰ 2 ਜਾਂ a + b ਦੀ ਪਾਵਰ 3 ਸਕੁਏਅਰ ਜਾਂ ਕਿਊਬ। ਪਰ 4 8 9 10 ਆ ਜੀ, ਫਿਰ ਇਹਨੂੰ ਆਪਾਂ ਕਿੱਦਾਂ ਐਕਸਪੈਂਡ ਕਰਨਾ। ਹਾਂ ਉੱਦਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਜਦ ਇਹ ਆ ਗਿਆ ਤੈਨੂੰ ਆਪਾਂ ਇੱਦਾਂ ਵੀ ਤਾਂ ਕਰ ਸਕਦੇ ਹਾਂ, a + b ਦਾ ਸਕੁਏਅਰ ਫਿਰ ਸਕੁਏਅਰ, ਉਹ ਬਹੁਤ ਲੈਂਥੀ ਚਲਾਈਆਂ। 3 ਵਿੱਚ 3 ਦਾ ਸਕੁਏਅਰ ਕਿੱਦਾਂ ਕਰੋਗੇ, ਫਿਰ ਪ੍ਰੋਬਲਮ ਆਈ ਨਹੀਂ ਹੈ। ਤੁਸੀਂ ਕੀ ਕਰਨਾ, ਇਹ ਸਾਰੀਆਂ ਚੀਜ਼ਾਂ ਆਪਾਂ ਕਿੰਨਾ ਸੋਲਵ ਕਰ ਸਕਦੇ ਹਾਂ, ਬਾਈਨੋਮੀਅਲ ਥਿਓਰਮ। ਪਹਿਲਾਂ ਤਾਂ ਤੁਹਾਨੂੰ ਪਤਾ ਲੱਗੇ ਬਾਈਨੋਮੀਅਲ ਦਾ ਹੁੰਦਾ ਕੀ ਹੈ। ਬਾਈਨੋਮੀਅਲ ਥਿਓਰਮ ਕਦੋਂ ਯੂਜ਼ ਹੁੰਦੀ ਹੈ, ਜਦੋਂ ਵੀ ਸਾਡੇ ਕੋਲ ਦੋ ਵੇਰੀਏਬਲ ਦੇ ਵਿੱਚ ਹਾਇਰ ਪਾਵਰ ਆ ਜਾਏ। 2 ਜਾਂ 3 ਵੇਰੀਏਬਲ 'ਚ ਵੀ ਆਪਾਂ ਸਮ ਕਰਾਂਗੇ, ਪਰ ਫਿਲਹਾਲ 2 ਵੇਰੀਏਬਲ ਦੀ ਗੱਲ ਕਰਨੇ ਆ। ਅਗਰ 2 ਵੇਰੀਏਬਲ 'ਚ ਸਾਡੇ ਕੋਲ ਹਾਇਰ ਪਾਵਰ ਆ ਜਾਏ 4 5 6 7 8 9 10, ਤੇ ਉਹਨੂੰ ਆਪਾਂ ਜਦੋਂ ਐਕਸਪੈਂਡ ਕਰਨਾ, ਪਾਵਰ ਨੂੰ ਐਕਸਪੈਂਡ ਕਰਨਾ ਹੈ, ਤੇ ਆਪਾਂ ਐਕਸਪੈਂਡ ਕਿਹਦੇ ਕਰਨਾ ਹੈ, ਬਾਈਨੋਮੀਅਲ ਥਿਓਰਮ ਲਗਾ ਕੇ। ਇਹ ਪਤਾ ਲੱਗਿਆ ਬਾਈਨੋਮੀਅਲ ਦਾ ਮਤਲਬ ਕੀ ਹੈ, ਬਾਈਨੋਮੀਅਲ ਦੀ ਲੋੜ ਕਿਉਂ ਪਈ। ਜਦੋਂ ਵੀ ਸਾਡੇ ਕੋਲ 2 ਵੇਰੀਏਬਲ 'ਚ ਹਾਇਰ ਪਾਵਰ ਆ ਜਾਏ, 3 ਵੇਰੀਏਬਲ 'ਚ ਵੀ ਹਾਇਰ ਪਾਵਰ ਆ ਜਾਏ, ਉਹ ਵੀ ਸੋਲਵ ਹੋ ਜਾਂਦੀ ਹੈ। ਪਰ ਫਿਲਹਾਲ ਆਪਾਂ 2 ਦੀ ਗੱਲ ਕਰੀਏ, 2 'ਚ ਅਗਰ ਹਾਇਰ ਪਾਵਰ ਆ ਜਾਏ ਤੇ ਉਹਨੂੰ ਆਪਾਂ ਕਿੱਦਾਂ ਸੋਲਵ ਕਰਨਾ ਹੈ, ਬਾਈਨੋਮੀਅਲ ਐਕਸਪੈਂਸ਼ਨ ਲਗਾ ਕੇ। ਬਾਈਨੋਮੀਅਲ ਕੀ ਕਰਦੀ ਹੈ, ਹਾਇਰ ਪਾਵਰ ਨੂੰ ਐਕਸਪੈਂਡ ਕਰ ਦਿੰਦੀ ਹੈ। ਕਿੱਦਾਂ ਦੇਖਦੇ ਆ, ਉਸ ਤੋਂ ਪਹਿਲਾਂ ਥੋੜੇ ਜਿਹੇ ਬੇਸਿਕ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਟਰਮਾਂ ਯੂਜ਼ ਹੋਣੀਆਂ, ਕਿਉਂਕਿ ਆਪਾਂ ਸਿੱਧਾ ਹੀ 8th ਚੈਪਟਰ 'ਚ ਆ ਗਏ। 3rd 5th ਤੋਂ ਬਾਅਦ ਸਿੱਧਾ ਹੀ 8th ਵਿੱਚ ਕਾਫੀ ਚੀਜ਼ਾਂ ਛੱਡ ਗਈਆਂ। ਮੈਂ ਤੁਹਾਨੂੰ ਥੋੜ੍ਹੀਆਂ ਕਲੀਅਰ ਕਰਾਉਣ ਦੀ ਕੋਸ਼ਿਸ਼ ਕਰਨਾ। ਇੱਕ ਇਹ 'ਚ ਟਰਮ ਯੂਜ਼ ਹੋਣੀ ਹੈ ਫੈਕਟੋਰੀਅਲ, ਫੈਕਟੋਰੀਅਲ ਕੀ ਹੁੰਦਾ ਹੈ, ਇਹ ਫੈਕਟੋਰੀਅਲ ਦਾ ਸਾਈਨ ਹੈ ਐਦਾਂ ਕਰਕੇ, ਜਾਂ ਐਦਾਂ ਵੀ ਕਈ ਵਾਰੀ ਪਾਉਂਦੇ ਸਾਈਨ ਆਫ ਐਕਸਪਲੇਨੇਸ਼ਨ ਹੀਗਾ ਕੀ ਹੈ ਫੈਕਟੋਰੀਅਲ। ਜਿੱਦਾਂ ਫੈਕਟੋਰੀਅਲ 2, ਚਲੋ ਮੈਂ ਸਾਰਾ ਲਿਖ ਦਿੰਦਾ। ਫੈਕਟੋਰੀਅਲ 0 ਕਿੰਨਾ ਹੁੰਦਾ ਹੈ, 1, ਐਦਾਂ ਲਿਖ ਲਓ। ਫੈਕਟੋਰੀਅਲ 0 ਐਦਾਂ ਲਿਖ ਲਓ, ਚਾਹੇ ਐਦਾਂ ਲਿਖ ਲਓ, ਕੋਈ ਫਰਕ ਨਹੀਂ ਪੈਂਦਾ। ਫਿਰ ਅੱਗੇ ਫੈਕਟੋਰੀਅਲ 1 ਜਾਂ ਐਦਾਂ, ਫੈਕਟੋਰੀਅਲ 1 ਵੀ ਕਿੰਨਾ ਹੁੰਦਾ ਹੈ, 1, ਯਾਦ ਰੱਖਣਾ 2, ਇਹ ਫੈਕਟੋਰੀਅਲ ਦਾ ਸਾਈਨ ਹੈ। ਫਿਰ ਅੱਗੇ ਫੈਕਟੋਰੀਅਲ 2 ਆਪਾਂ ਜ਼ਿਆਦਾਤਰ ਐਦਾਂ ਹੀ ਲਿਖਿਆ ਹੁੰਦਾ। ਫੈਕਟੋਰੀਅਲ 2 ਕਿੰਨਾ ਹੋਏਗਾ, ਫੈਕਟੋਰੀਅਲ ਦਾ ਕੀ ਮਤਲਬ ਹੁੰਦਾ 1, ਇਹ 2 ਯਾਦ ਰੱਖਣਾ। ਫੈਕਟੋਰੀਅਲ 2 ਮਤਲਬ ਜਿੱਥੋਂ ਲਿਖਿਆ ਉਸ ਤੋਂ ਪਿਛਲੇ ਸਾਰੇ ਮਲਟੀਪਲਾਈ ਕਰ ਦਿਓ, 2 × 1 2, ਉਸ ਤੋਂ ਸਾਰੇ ਪਿਛਲੇ ਨੈਚੁਰਲ ਨੰਬਰ ਕੀ ਕਰ ਦੇਣੇ ਆ, ਮਲਟੀਪਲਾਈ, ਨੈਚੁਰਲ ਨੰਬਰ, ਠੀਕ ਹੈ। ਫੈਕਟੋਰੀਅਲ 3 × 2 × 1 ਕਿੰਨਾ ਆ ਗਿਆ, 6। ਫੈਕਟੋਰੀਅਲ 3 ਦੀ ਵੈਲਿਊ ਕਿੰਨੀ ਆ ਗਈ, 6। ਇਹ ਧਿਆਨ ਰੱਖਣਾ ਫੈਕਟੋਰੀਅਲ, ਚਾਹੇ ਇੱਦਾਂ ਪਾ ਲਿਓ ਚਾਹੇ ਇੱਦਾਂ, ਫੈਕਟੋਰੀਅਲ 3। ਉੱਦਾਂ ਹੀ ਫੈਕਟੋਰੀਅਲ 4, ਇਹ ਕੁਝ ਚੀਜ਼ਾਂ ਯੂਜ਼ ਹੋਣੀਆਂ ਯਾਦ ਰੱਖਣਾ। ਫੈਕਟੋਰੀਅਲ 4 × 3 × 2 × 1, ਫੈਕਟੋਰੀਅਲ ਮਤਲਬ ਜਿਹੜਾ ਫੈਕਟੋਰੀਅਲ ਕੱਢਣਾ ਹੈ ਉਸ ਤੋਂ ਪਿਛਲੀਆਂ ਸਾਰੀਆਂ ਟਰਮਸ ਕੀ ਕਰ ਦੇਣੀ ਆਪਾਂ ਨੇ, ਮਲਟੀਪਲਾਈ, 24। ਫਿਰ ਉੱਦਾਂ ਹੀ ਫੈਕਟੋਰੀਅਲ 5
5 इंटू 4 इंटू 3 इंटू 2 इंटू 1 120 करके देगा 24 तो यही होगा ना 5 ना कर लियो फैक्टोरियल 6 इंटू 5 इंटू 4 इंटू 3 इंटू 2 इंटू 1 सारा मल्टीप्लाई करियो 720 उदा ही फैक्टोरियल क्लियर हो गया फैक्टोरियल मतलब जेदा फैक्टोरियल कढ़ना उस तो पिछले सारे नेचुरल नंबर की कर देने 1 तक की कर देने अपने मल्टीप्लाई एक क्या टर्म में यूज होनी है फैक्टोरियल एक तो देखो कंबीनेशन यूज होनी है ਇਹ 8th ਚੈਪਟਰ ਹੈ ਇਹ 8th ਚੈਪਟਰ ਹੈ ਤੁਹਾਡਾ ਤੇ 7th ਚੈਪਟਰ ਸਾਡੇ ਕੋਲ ਬੁੱਕ 'ਚ ਹੈਗਾ ਪਰਮੂਟੇਸ਼ਨ ਐਂਡ ਕੰਬੀਨੇਸ਼ਨ ਕਿਉਂਕਿ ਆਪਾਂ ਹੁਣ ਨਹੀਂ ਪੜਿਆ ਕੰਬੀਨੇਸ਼ਨ 8th ਚੈਪਟਰ ਹੈ 7th ਚੈਪਟਰ ਕੰਬੀਨੇਸ਼ਨ ਇੱਕ ਯੂਜ਼ ਹੋਣਾ ਫੈਕਟੋਰੀਅਲ ਤੇ ਦੂਜਾ ਕੀ ਯੂਜ਼ ਹੋਣਾ ਹੈ ਕੰਬੀਨੇਸ਼ਨਸ ਕੀ ਹੁੰਦੇ ਆ ਐਦਾਂ NCR C ਦਾ मतलब ਕੰਬੀਨੇਸ਼ਨ अगर साढ़े को टोटल n नंबर्स गिवन है तो ये फिलहाल आप कंबीनेशन जी पढ़ांगे तो सीधा याद रखना NCR की होंगे कंबीनेशन n दे कंबीनेशन बनाओ R लैके मतलब साढ़े को 5 चीज़ा ही है जिदा मान लो साढ़े को क्लास 5 बच्चे हैं 5 स्टूडेंट्स हैं है ना आप 2 चूज करने हैं 5 स्टूडेंट है 2 चूज करने किन्ने तरीके ना कर सकते हैं अगर कंबीनेशन का मतलब नहीं आप 7 चैप्टर डिटेल से पढ़ांगे पर फिर भी मैं तुम थोड़ा जिहा दस देना ਕੰਬੀਨੇਸ਼ਨ मतलब मान लो ਤੁਹਾਡੇ ਕਲਾਸ ਦੇ ਵਿੱਚ 5 ਸਟੂਡੈਂਟ ਹੈ ਆਪਾਂ 2 ਚੂਜ਼ ਕਰਨੇ ਆ ਤੇ ਕਿਹੜੇ ਚੂਜ਼ ਕਰ ਸਕਦੇ ਆ ਹੈ ਨਾ ਜਾਂ ਆਪਾਂ 2 ਦੇ ਕਿੰਨੇ ਕੰਬੀਨੇਸ਼ਨ ਬਣਾ ਸਕਦੇ ਆ ਪੰਜਾਂ ਵਿੱਚੋਂ 2 ਕਰਕੇ ਕਿੰਨੇ ਤਰ੍ਹਾਂ ਨਾਲ ਚੂਜ਼ ਕਰ ਸਕਦੇ ਆ ਕਿੰਨੇ ਕੰਬੀਨੇਸ਼ਨ ਬਣਾ ਸਕਦੇ ਆ ਉਹਨੂੰ ਆਪਾਂ ਕੀ ਬੋਲ ਦਿੰਦੇ ਆ ਕੰਬੀਨੇਸ਼ਨ ਇਹ ਆਪਾਂ ਪੜਾਂਗੇ 7 ਚੈਪਟਰ 'ਚ ਇਹ ਤੇ ਸਿੱਧਾ ਫਾਰਮੂਲਾ ਯਾਦ ਰੱਖਣਾ NCR ਇਹਨੂੰ ਕੀ ਬੋਲਦੇ ਕੰਬੀਨੇਸ਼ਨ ਇਹ ਯੂਜ਼ ਹੋਣੇ ਬਾਈਨੋਮੀਅਲ 'ਚ ਜਿਹਦੇ ਕਲਾਸਿਸ ਲੱਗਣਗੀਆਂ ਉਹ ਤਾਂ ਆਪਾਂ ਫਿਰ ਹੋਰ ਜ਼ਿਆਦਾ ਡਿਟੇਲ 'ਚ ਕਰਾਂਗੇ क्योंकि साडा मतलब है भी जो ड्यूरिंग लॉकडाउन तुहानू बेसिक चीज़ां सारियां सिंपल तो सिंपल जिन्ना तुहानू पता लगता ठीक है बाकी जिहड़ी चीज़ां रह गईयां वो जिहड़ी क्लासिस च रेगुलर स्टडीज़ होएगी वो तुहानू क्लीयर कर दित्तियां जाणगीआं है ना NCR ਇਹਦਾ फार्मूला की हुंदा फैक्टोरियल N फैक्टोरियल R ऊपर N है फैक्टोरियल N R थल्ले है फैक्टोरियल R फैक्टोरियल N माइनस R ਇਹ 2 चीज़ां यूज होनी बाइनोमियल एक फैक्टोरियल ਤੇ ਇੱਕ ਕੰਬੀਨੇਸ਼ਨ ਤੇ ਵੀ ਫੈਕਟੋਰੀਅਲ ਹੀ ਚੱਲਦੇ ਆ ਇਹ ਫਾਰਮੂਲਾ ਯਾਦ ਰੱਖਿਓ NCR ਦਾ ਜਿਹੜਾ ਉੱਪਰ ਹੈ N ਫੈਕਟੋਰੀਅਲ N ਜਿਹੜਾ ਥੱਲੇ ਹੈ ਫੈਕਟੋਰੀਅਲ R ਫਿਰ N R ਫੈਕਟੋਰੀਅਲ मतलब अगर ਤੁਹਾਨੂੰ ਕਹਿੰਦਾ ਕੋਈ 6C2 ਖੋਲੋ 6C2 ਤੇ 6C2 ਦੀ ਵੈਲਿਊ ਕਿੱਦਾਂ ਖੋਲੋਗੇ ਤੁਸੀਂ ਫੈਕਟੋਰੀਅਲ 6 ਫੈਕਟੋਰੀਅਲ 2 ਤੇ ਫੈਕਟੋਰੀਅਲ ਦੋਨਾਂ ਨੂੰ ਮਾਈਨਸ ਕਰਕੇ 6 चो 2 गए कितना आ गया 4 तेन खोल लो अच्छा फैक्टोरियल की एक और चीज़ हैगी तुम देख लेना आपा की क्या फैक्टोरियल 6 के होंगे 6 इंटू 5 इंटू 4 इंटू 3 इंटू 2 इंटू 1 फैक्टोरियल से आ जाओ दोबारा फैक्टोरियल देखना दोबारा एक चीज़ हैगी विचों फैक्टोरियल 6 होंगे उदा ही फैक्टोरियल 7 कितना होंगे 7 इंटू 6 इंटू 5 इंटू 4 इंटू 3 इंटू 2 इंटू 1 यही है ना मल्टीप्लाई करके देख लेना अच्छा जो है फैक्टोरियल 6 ਇਹਨੂੰ ਜਦੋਂ ਮੈਂ ਐਕਸਪੈਂਡ ਕਰਾਂਗਾ ਇਹਨੂੰ ਇਦਾਂ ਵੀ ਤਾਂ ਲਿਖ ਸਕਦਾ 6 into 5 ਫੈਕਟੋਰੀਅਲ ਉਹ ਸਾਰੇ ਨੂੰ ਇਹ ਸਾਰਾ 5 ਫੈਕਟੋਰੀਅਲ ਹੈ ਇਹਨੂੰ ਇਦਾਂ ਵੀ ਤਾਂ ਲਿਖ ਸਕਦਾ ਫੈਕਟੋਰੀਅਲ 6 ਨੂੰ 6 into 5 ਫੈਕਟੋਰੀਅਲ ਅੱਛਾ ਇਹਨੂੰ ਇਦਾਂ ਵੀ ਤਾਂ ਲਿਖ ਸਕਦੇ ਆ ਉਹ ਇਹਨੂੰ ਇਦਾਂ ਵੀ ਤਾਂ ਲਿਖ ਸਕਦੇ ਆ ਇਹਨੂੰ ਇਦਾਂ ਨਾ ਲਿਖੋ ਇਹ ਵੀ ਠੀਕ ਹੈ ਅੱਛਾ ਇਹਨੂੰ ਇਦਾਂ ਵੀ ਤਾਂ ਲਿਖ ਸਕਦੇ ਆ 6 into 5 into 4 फैक्टोरियल कोई फर्क नहीं पिया ठीक है यह होंगी है रिडक्शन फार्मूला फॉर फैक्टोरियल रिडक्शन रिड्यूस कितना होंगे फिर 6 into 5 इनू इदा लिखिए कोई फर्क नहीं पैंदा उदा ही इनू मैं चाहे इदा लिख ला 7 into 6 या इनू मैं इदा भी लिख सकता 7 into 6 into फैक्टोरियल 5 है ना या इनू इदा भी लिख सकता 7 into 6 into लिखना एक तरीके कोई फर्क तो नहीं पिया यह चीज़ नहीं ध्यान देखना इतने फैक्टोरियल हो गया कंबीनेशन आप बोलते NCR फार्मूला लगना इस ਕੰਬੀਨੇਸ਼ਨ ਕੀ ਹੁੰਦੇ ਆ ਆਪਾਂ ਪੜਾਂਗੇ ਜਦੋਂ ਕੰਬੀਨੇਸ਼ਨ ਸ਼ੁਰੂ ਕਰਾਂਗੇ ਪਰਮੁਟੇਸ਼ਨ ਕੰਬੀਨੇਸ਼ਨ 7 ਚੈਪਟਰ NCR ਦਾ ਫਾਰਮੂਲਾ ਯਾਦ ਰੱਖਣਾ ਫੈਕਟੋਰੀਅਲ n ਫੈਕਟੋਰੀਅਲ r ਫੈਕਟੋਰੀਅਲ n ਮਾਈਨਸ r ਜਿੱਦਾਂ ਆ ਗਿਆ 6c2 ਇਹ ਖੁੱਲ ਗਿਆ ਹੁਣ ਇਹਨੂੰ ਕਿੱਦਾਂ ਕਰੋਗੇ 6 into 5 into 4 into 3 into 2 into 1
एन नीचे फैक्टोरियल 2 2 इंटू 1 है 4 इंटू 3 इंटू 2 इंटू 1 यही बने सारा खोल के ए देखो 4 इंटू 3 इंटू 2 इंटू 1 कटिया गया 2 3 ना कटिया गया ए कितना आ गया 15 ए कितना बन गया 62 15 तो क्लियर है। अच्छा तो ਇਹਨੂੰ ਇਦਾਂ ਵੀ ਲਿਖ ਸਕਦੇ ਹੀ ਇਹ ਦੇਖਣਾ 6 ਫੈਕਟੋਰੀਅਲ 6 into 5 ਮੈਨੂੰ ਪਤਾ ਥੱਲੇ ਫੈਕਟੋਰੀਅਲ 4 ਆ ਉੱਪਰ ਇਕੱਠਾ ਹੀ ਹੈ ਫੈਕਟੋਰੀਅਲ 4 ਹੀ ਆ ਗਿਆ ਵੀ ਇਹਨੂੰ ਆਪਾਂ ਤਾਂ ਹੀ ਮੈਂ ਤੁਹਾਨੂੰ ਸਮਝਾਇਆ ਹੀ ਹੁਣੇ ਇਹਨੂੰ ਤੁਸੀਂ ਇਦਾਂ ਵੀ ਲਿਖ ਸਕਦੇ ਹੋ ਇਹ ਪਤਾ ਹੀ ਹੈ ਇਕੱਠੇ ਹੀ ਨੇ ਜਿਆਦਾ ਲਿਖ ਕੇ ਕੱਟਣਾ ਲਿਖ ਕੇ ਕੱਟ ਲਿਓ ਜਾਂ ਇਦਾਂ ਕੱਟਣਾ ਇਤਨਾ ਕਰ ਲਿਓ ਇਹ ਵੀ ਸਹੀ ਹੈ ਕੋਈ ਫਰਕ ਨਹੀਂ ਹੈ ਆਨਸਰ ਦੇ ਫਿਰ ਸੇਮ ਹੀ ਹੈ 15 ਇਹਨੂੰ ਇਦਾਂ 6 into 5 into ਇੰਨਾ ਵੱਡਾ ਲਿਖਣ ਦੀ ਬਜਾਏ ਮੈਂ ਸਿੱਧਾ ਚਲਾਕੀ ਲਗਾ ਲਈ ਮੈਗੀ ਲਗਾ ਲਿਆ ਫੈਕਟੋਰੀਅਲ 4 ਥੱਲੇ ਫੈਕਟੋਰੀਅਲ 2 ਰਹਿਣ ਦੋ 2 into 1 ਹੈ ਫੈਕਟੋਰੀਅਲ 4 ਮੈਨੂੰ ਪਤਾ ਕੱਟੇ ਹੀ ਜਾਣੇ ਆ ਤੇ ਜੇ ਨਹੀਂ ਹੈ ਕਲੀਅਰ ਹੈ ਤੇ ਹੈ ਇਹ ਕੰਬੀਨੇਸ਼ਨ ਕਿੱਦਾਂ ਖੋਲਣੀ ਹੈ ਪਤਾ ਲੱਗ ਗਿਆ ਇਹ ਫਾਰਮੂਲਾ ਯਾਦ ਰੱਖਿਓ NCR ਇੱਕ ਤੋਂ ਚੀਜ਼ਾਂ ਹੋਰ ਯਾਦ ਰੱਖਣਾ ਕੁਝ ਵੀ ਆ ਰਹੀ ਜਿੱਦਾਂ ਮੰਨ ਲਓ ਆ ਗਿਆ 10C3 10C3 मतलब फैक्टोरियल 10 फैक्टोरियल 3 फैक्टोरियल ध्यान पढ़ना फैक्टोरियल 3 दोनों ਨੂੰ माइनस करके 7 ਇਹਨੂੰ ਸੋਲਵ ਕਰੋਗੇ 10 into 9 into 8 into ਹੁਣ ਇੰਨਾ ਵੱਡਾ ਲਿਖਣ ਦੀ ਬਜਾਏ ਮੈਂ ਫਿਰ ਸਿੱਧਾ ਹੀ 7 ਮੈਨੂੰ ਪਤਾ ਕੱਟੇ ਹੀ ਜਾਣੇ ਆ 3 into 2 into 1 ਇਹ ਕੱਟਿਆ ਗਿਆ 3 3 ਦਾ 9 2 4 ਦਾ 8 ਇਹਦਾ ਦੇਖੋ ਕਿੰਨਾ ਬਣ ਗਿਆ 120 ਇਹ ਸੋਲਵ ਕਰ ਲੈਣਾ ਇਹ ਤੁਹਾਡੇ ਕੋਲ ਹੁੰਦੇ ਆ ਵੀ ਕੰਬੀਨੇਸ਼ਨ खोलने के अंदर फार्मूला याद रखना एक और चीज है NC0 जो थले 0 आ गया ना ऊपर नहीं कभी 0 आना N की जगह कभी 0 नहीं आना R0 आएगा NC0 जो इतने 0 आ गया ਇਹਦਾ मतलब फिर ਇਹਦੀ वैल्यू कितनी होनी है 1 सीधा ही लिख लो अगर तुम सॉल्व करनी है सॉल्व कर लो कितना आ गया फैक्टोरियल N फैक्टोरियल 0 n माइनस 0 वो n माइनस 0 n ही आ गया कट के फैक्टोरियल 0 कितना होंदा हुणे दस्सिया 1 0 ना लिख दोगे ते फैक्टोरियल 0 कितना होंदा है 1 ते इन्ना वड्डा सॉल्व करने की बजाय आपां सीधा ही याद रख लेने आ कि जदों भी थल्ले 0 आए तो की बन जाना है 1 n जिन्ना मर्जी 10 नहीं लै वो फिर वही बन जाना 10 फैक्टोरियल बाय 10 फैक्टोरियल वो n जिन्ना मर्जी आ जाए जे मान लो ये 10C0 ए कितना आ गया फैक्टोरियल 10 फैक्टोरियल 0 ते 10 फिर कटेंगे फिर 1 है ना जो ऊपर है वही थले आएगा इस करके अपन सॉल्व नहीं करना सीधा ही 1 NC0 1 ते दूजा जो सेम आ जाए ऊपर भी n आ जाए थले भी n आ जाए तो यह भी कितना होता है 1 ए दो वैल्यू याद रखना NC0 भी 1 ते NCN भी 1 जे तुम सॉल्व करना है इन्हें भी सॉल्व कर लो करके देख लो फैक्टोरियल n ते दोनों को माइनस करोगे कितना आ गया 0 n माइनस n 0 या फिर कितना बन गया 1 आप सीधा ही याद रख लेना है ना ਇਹ दो वैल्यूज याद रखना ਇਹ ਬਾਈਨੋਮੀਅਲ ਦੇ ਵਿੱਚ ਯੂਜ਼ ਹੋਣੇ ਆ ਇੱਕ ਫੈਕਟੋਰੀਅਲ ਤੇ ਇੱਕ ਕੰਬੀਨੇਸ਼ਨ ਫਿਰ ਆਈਏ ਹੁਣ ਆਪਾਂ ਬਾਈਨੋਮੀਅਲ ਕੀ ਹੁੰਦੀ ਹੈ ਬਾਈਨੋਮੀਅਲ ਥਿਓਰਮ ਨੂੰ ਆਪਾਂ ਕੀ ਕਰਨੇ ਆ ਐਕਸਪੈਂਡ ਕਰ ਦਿੰਨੇ ਆ ਹਾਇਰ ਪਾਵਰ ਕਿੰਨੀ ਹੋਏਗੀ 4 6 7 ਸਮ ਵੀ ਇਦਾਂ ਹੀ ਹੋਣੀ ਹੈ ਸਮ ਕਿਦਾਂ ਆਣਗੇ ਉਹਨੇ कहना x plus 2 ਦੀ ਪਾਵਰ 8 ਨੂੰ ਸੋਲਵ ਕਰੋ 1 minus 2x ਦੀ ਪਾਵਰ 5 ਨੂੰ ਸੋਲਵ ਕਰੋ ਪਾਵਰ 10 ਪਾ ਦੇਗਾ ਐਦਾਂ ਹਾਇਰ ਪਾਵਰ ਨੂੰ ਸੋਲਵ ਕਰੋ ਇਹ ਤੁਹਾਡੇ ਕੋਲ ਸਾਰੇ ਐਕਸਰਸਾਈਜ਼ ਦੇ ਸਮ ਹੈਗੇ ਆ ਆਪਾਂ ਪਹਿਲਾਂ ਆਰਟੀਕਲ ਦੇਖੀਏ ਫਿਰ ਸਮ ਵੀ ਦੇਖਨੇ ਆ ਹੈਨਾ ਆਪਾਂ ਇਨ ਜਨਰਲ ਕੀ ਲਿਖ ਦੇਣਾ ਅਸੀਂ a plus b ਦੀ ਪਾਵਰ n इन जनरल मतलब पावर की आ गई n पावर की आ गई n n मतलब कुछ भी हो सकता है 3 4 5 3 तक तो चलो सॉल्व कर ही लेने 4 5 6 7 8 9 वट एवर इट मे बी एनु सॉल्व कितना करोगे ध्यान ਨਾਲ लिखना ए पहला एनु फर्स्ट ए पहला एनु आप भी बोलना फर्स्ट टर्म ये है पहली आइटम क्या है सेकंड फर्स्ट ये है सेकंड लिखो पहला कि एनु एक्सपेंशन करोगे कितना है ना पहला NC0 फार्मूला होता बाइनोमियल का याद रखना अब बाइनोमियल का फार्मूला लिखने लगा याद रखना हर एक सम चाहिए यही फार्मूला लगाना बाइनोमियल का फार्मूला की होता है NCR जिहदी एक्सपेंशन करनी है वो फर्स्ट टर्म दी पावर n माइनस r इन शॉर्ट बाइनोमियल का फार्मूला होता है NCR
फस्ट टर्म ਜਿਹੜੀ ਹੋਏਗੀ ਜਿਹੜੀ ਵੀ ਹੋਏਗੀ ਸਮ ਦੇ ਕੋਲ ਫਸਟ ਟਰਮ ਤੇ ਸੈਕਿੰਡ ਇਹਦੇ ਇਧਰੋਂ ਫਸਟ ਟਰਮ ਤੇ ਸੈਕਿੰਡ ਟਰਮ ਇਧਰੋਂ ਨਹੀਂ ਲੈਫਟ ਹੈਂਡ ਸਾਈਡ ਫਸਟ ਟਰਮ ਜਿਹਦੀ ਐਕਸਪੈਂਸ਼ਨ ਕਰਨੀ ਹੈ ਜਿਹਦੀ ਪਾਵਰ ਖੋਲਣੀ ਹੈ ਉਹਦੀ ਫਸਟ ਟਰਮ ਦੀ ਪਾਵਰ n ਮਾਈਨਸ r ਜੋ ਇੱਥੇ ਆ ਮਾਈਨਸ ਕਰ ਦੋ ਤੇ ਦੂਜੀ ਵਾਲੀ ਟਰਮ ਦੀ ਪਾਵਰ r ਜੋ ਉੱਥੇ ਹੈਗਾ ਫਸਟ ਟਰਮ ਦੀ ਪਾਵਰ दोनों ਨੂੰ माइनस करके ਤੇ ਸੈਕਿੰਡ ਟਰਮ ਦੀ ਪਾਵਰ ਜੋ ਥੱਲੇ ਹੋਏਗਾ r ਕੀ ਹੋਏਗਾ r ਇੱਥੇ ਦੇਖ ਲਓ ਇਹ ਜਨਰਲ ਫਾਰਮੂਲਾ a plus b मतलब सुनी जाना जब तुम थोड़ा जिहा सुन लोगे एक दो सम कर लोगे फिर तुहानूं होर ज़्यादा क्लीयर हो जाना तो है बिल्कुल सिंपल है a plus b की पावर n मतलब हुण सम दे अकॉर्डिंग मैनूं की पता की दित्ता होना सम दे विच इत्थे a b की जगह कुछ होर टर्मां दित्तियां होणगीਆਂ आपां इन जानना लिखने लगे फार्मूला तुम की करना है आर चेंज करी जाना है एन सी जीरो जीरो तो शुरू करो आर ए आर कितों शुरू करना अपने जीरो तो शुरू करना है कितों तक लेके जाना है एन तक एन मतलब जिन्ना ऊपर है एन मतलब जिन्ना ऊपर है एन सी जीरो पहली टर्म क्या आएगी एन सी जीरो फर्स्ट टर्म कितनी आ गई ए फर्स्ट टर्म कितनी आ गई ए दी पावर कितनी आ गई करो दोनों माइनस n माइनस जीरो n तो b की पावर सेकंड टर्म यही ना फार्मूला सेकंड टर्म की पावर जीरो जो थले होगा बन गया नहीं हर एक टर्म नू a प्लस b की पावर n यदि हर एक टर्म नू कितना लिखना है यह r वेरी करी जाना जीरो तो लैके कितों तक जाना अपने n तक n सी जीरो फर्स्ट टर्म की पावर n ते सेकंड टर्म की पावर जीरो अगली टर्म क्या होगी आप कहना आर वेरी करना है एन सी वन जीरो ही तो वन हो गया फिर फर्स्ट टर्म की पावर ए है ना करो माइनस एन माइनस वन तो सेकंड टर्म की पावर वन ऐसा देखो सेकंड टर्म आ गई मतलब ए प्लस बी की पावर एन सॉल्व करोगे या फर्स्ट टर्म बन गई है सेकंड आगे थर्ड एन सी टू फर्स्ट टर्म की पावर n माइनस टू b का स्केयर आई दोनों को माइनस करके तो जी सेकंड टर्म होगी वो है r फिर अगली टर्म एन सी थ्री ए की पावर n माइनस थ्री तो b का क्यूब करी जाओ लास्ट की आई ना मैं लास्ट में दो लिख देना क्योंकि इतने तो पावर n है ना सम दे विच n थोड़ा नहीं है सम दे विच ज्यादातर की है 4 5 6 7 फिर उत्थे सानू पता लग जाना भी इत्थे जीरो अगर इत्थे 6 हुंदा इनदी जगह फिर 0 1 2 3 4 5 6 तक रोक देना है आर भी कितना है ना 6 तक ऊपर भी 6 है नहीं थल्ले भी आप देखने हैं सब फिर अगे लास्ट दे विच किहड़ी टर्म आ गई एन सी एन माइनस वन एक उस तो पिछली लिखती ए दी पावर करो दोनों को माइनस अगर तुम एन दे विचों माइनस करोगे एन माइनस वन एन माइनस एन प्लस वन हो गया तो कितनी पावर बन गई ए दी पावर वन तो बी दी पावर n माइनस वन रफ च सोल्व कर लियो दोनों को माइनस करियो रफ च ऐ करता मैं n माइनस वन ब्रैकेट रखियो n माइनस वन जब यह माइनस अंदर जाएगा तो नैगेटिव वाला पॉजिटिव ते पॉजिटिव वाला नैगेटिव ते कट्टे जाने n नाल ऐसा देखो आ गया फिर यदि लास्ट टर्म की होएगी प्लस चलो थले लिख देना मैं प्लस इत्थे विच प्लस n सी n ए दी पावर दोनों माइनस करो जीरो ते बी दी पावर n ए दी पावर जीरो ते बी दी पावर n तो ही अगले स्टेप च की करना है सानू पता है किसी चीज की भी पावर जीरो है तो की हो जाता वन किसी अगले स्टेप च करियो तुसीं है ना फिर सारा लिख के n की लिख देना अपने किसी चीज की पावर जीरो है तो की बन जाना वन तो वन नाल किसी चीज को मल्टीप्लाई करोगे फिर चलो रहन दो ही समझ देखने एग्री हो गया बाइनोमियल थ्योरम का फार्मूला बाइनोमियल थ्योरम टू एक्सपैंड हायर पावर इन टू वेरीएबल जो भी साढ़े को दो वेरीएबल आ जाए तो उन्होंने एक्सपैंड कितना करना है याद रखना एन सी आर फर्स्ट टर्म ये नहीं बोलना फर्स्ट टर्म की पावर एन माइनस आर तो सैकेंड टर्म की पावर आर आर मतलब जो इत्थे होएगा जो आप सम दे विच यूज करना है तो यही आर वेरी करना है आर नूं पहला 0 फिर 1 फिर 2 फिर 3 4 5 6 करते करते कितों तक लेके जाना है एन तक फिर तुम अगले स्टेप च की करना है एन सी जीरो कितना होंदा है
ਉਹ NC0 1 ਇਹਦੀ ਵੈਲਿਊ ਕੱਢ ਲਿਓ, ਇਹਦੀ ਵੈਲਿਊ ਕੱਢ ਲਿਓ, ਇਹਦੀ ਵੈਲਿਊ ਕੱਢ ਲਿਓ, ਇਹਦੀ ਵੈਲਿਊ ਕੱਢ ਲਿਓ। ਆਪਾਂ ਆਰਟੀਕਲ ਨਹੀਂ ਕਰਨਾ, ਆਰਟੀਕਲ ਜਦੋਂ ਕਲਾਸਿਸ ਲੱਗਣਗੇ ਉਦੋਂ ਕਰਾਂਗੇ, ਮੈਂ ਤੁਹਾਨੂੰ ਸਿੱਧੇ ਸਾਹਮਣੇ ਕਰਾਵਾਂਗਾ। ਆਰਟੀਕਲ ਬਹੁਤ ਵੱਡਾ ਹੁੰਦਾ, ਬੋਰਡ ਤੇ ਵੀ ਨਹੀਂ ਆਣਾ। ਇਹ ਸਾਰਿਆਂ ਦੀ ਵੈਲਿਊ ਨਿਕਾਲ ਕੇ ਇੱਕ ਚ ਪੁੱਟ ਕਰ ਦੇਣੀ ਹੈ, ਠੀਕ ਹੈ ਜੀ। ਆਪਾਂ ਸਮ ਚ ਦੇਖਨੇ ਆ, ਪਰ ਸਮ ਚ ਦੇਖ ਜਾਣ ਤੋਂ ਪਹਿਲਾਂ ਮੈਂ ਇੱਕ ਦੋ ਚੀਜ਼ਾਂ ਤੁਹਾਨੂੰ ਹੋਰ ਟਰਾਈ ਕਰਦਾ ਦੱਸਦਾ। ਇਹ ਚ ਸਾਡੇ ਕੋਲ ਜਿਹੜੇ ਆਪਾਂ a plus b ਦੀ ਪਾਵਰ n ਕੱਢਨੇ ਆ, a plus b ਦੀ ਪਾਵਰ n ਕਰਨੀ ਆ, ਤੇ ਇੱਧਰ ਸਾਡੇ ਕੋਲ ਕਿੰਨੀਆਂ ਟਰਮਾਂ ਬਣਦੀਆਂ? ਇੱਧਰ ਸਾਡੇ ਕੋਲ ਰਾਈਟ ਹੈਂਡ ਸਾਈਡ ਤੇ ਕਿੰਨੀਆਂ ਟਰਮਾਂ ਬਣਦੀਆਂ? ਇੱਕ ਸੈਕਿੰਡ, ਦੋ ਤਿੰਨ ਚੀਜ਼ਾਂ ਸੁਣ ਲਓ ਫਿਰ ਮੈਂ ਸਾਹਮਣੇ ਕਰਾਂਦਾ। ਸਾਡੇ ਕੋਲ ਰਾਈਟ ਹੈਂਡ ਸਾਈਡ ਤੇ ਕਿੰਨੀਆਂ ਟਰਮਸ ਬਣਦੀਆਂ? ਇਹ ਸਾਡੇ ਕੋਲ ਕਿੰਨੀਆਂ ਟਰਮਸ ਹੋਣਗੀਆਂ? ਜਿੰਨੀ ਪਾਵਰ ਹੋਏਗੀ ਉਸ ਤੋਂ ਇੱਕ ਵਧਾ ਕੇ। ਅਗਰ ਉਹਦੇ ਪਾਵਰ 6 ਪੁੱਛਿਆ ਤੇ ਇਹ ਟਰਮਾਂ ਕਿੰਨੀਆਂ ਹੋਣਗੀਆਂ? 7। ਅਗਰ ਉਹਨੇ ਪਾਵਰ 7 ਕਿਹਾ ਤੇ ਇਹ ਟਰਮਾਂ ਕਿੰਨੀਆਂ ਆਣੀਆਂ? 8। ਜਿੱਦਾਂ ਇਹਦੇ ਚ ਪਾਵਰ n ਕਿਹਾ, ਦੇਖੋ 0 ਤੋਂ ਸ਼ੁਰੂ ਹੋਈ ਹੈ ਨਾ, 0 ਤੋਂ ਲੈ ਕੇ ਸ਼ੁਰੂ ਹੋਈਆਂ, ਤੇ ਇਹ ਤੁਹਾਡੇ ਕੋਲ ਕਿੰਨੀਆਂ ਟਰਮਸ ਬਣਨਗੀਆਂ? n plus 1 ਟਰਮਸ। ਇਹ ਕਿੰਨੀਆਂ ਟਰਮਸ ਹੋਣਗੀਆਂ? n plus 1। ਤੁਸੀਂ ਉਹਦਾ ਵੀ ਦੇਖੋ ਨਾ, 0 ਤੋਂ ਲੈ ਕੇ 3 ਤੱਕ ਕਿੰਨੀਆਂ ਟਰਮਾਂ ਹੁੰਦੀਆਂ? ਦੇਖੋ 0 ਤੋਂ ਲੈ ਕੇ 3 ਤੱਕ ਕਿੰਨੀਆਂ ਹੁੰਦੀਆਂ? 0 1 2 3 4। 0 ਤੋਂ ਲੈ ਕੇ 5 ਤੱਕ 6 ਟਰਮਾਂ, ਤੇ 0 ਤੋਂ ਲੈ ਕੇ n ਤੱਕ ਕਿੰਨੀਆਂ ਟਰਮਸ ਬਣ ਗਈਆਂ ਫਿਰ? n plus 1। ਤੁਸੀਂ ਵੈਸੇ ਵੀ ਦੇਖੋ, ਜਦੋਂ ਆਪਾਂ a plus b ਦਾ ਹੋਲ ਸਕੁਅਰ ਖੋਲਨੇ ਆ ਤੇ ਕੀ ਹੁੰਦਾ ਹੈ? ਇਹ 2 ਹੈ ਨਾ, ਉਹਦੇ ਵਿੱਚ ਵੀ ਇਹੀ ਲੱਗੀ ਹੈ ਬਾਈਨੋਮੀਅਲ ਵੀ, a plus 2ab plus b ਸਕੁਅਰ, है ना। कितने पावर 2 ही तो कितने टर्म्स आ गई? 3। उदे अगर क्यूब करोगे a क्यूब प्लस 3a स्क्वायर b प्लस 3ab स्क्वायर प्लस b क्यूब, ये कितनी आ गई? 4। अगर 4 पावर होएगी तो काउंट करियो कितनी टर्म्स होनी है? 5। तो जे 5 पावर होएगी तो कितनी टर्म्स होनी है? 6। याद रखना बाइनोमियल दे विच जदों आपां राइट हैंड साइड ते एक्सपैंड करने आ कि साडे कोल नंबर ऑफ टर्म्स कितनी बन जांदियां? n plus 1। जिन्नी पावर होएगी उस तो एक ਵਧਾ ਕੇ। ਇਹ ਪਤਾ ਲੱਗਾ ਬਾਈਨੋਮੀਅਲ ਜਨਰਲ ਫਾਰਮੂਲਾ ਬਾਈਨੋਮੀਅਲ ਦਾ ਟੂ ਐਕਸਪੈਂਡ ਹਾਇਰ ਪਾਵਰਸ। ਆਪਾਂ n ਲਿਖਤਾ ਜਨਰਲ, ਜਿੰਨੀ ਮਰਜ਼ੀ ਪਾਵਰ ਹੋਏਗੀ, ਹੈ ਨਾ। 6 7 8 ਆਪਾਂ ਸਮ ਕਰਾਂਗੇ ਨਾ 5 6 ਚ, ਉਹ ਚ ਜ਼ਿਆਦਾ ਕਲੀਅਰ ਹੋਏਗਾ। ਦੂਜੀ ਗੱਲ, ਇਹ ਪਲੱਸ ਵਾਲੇ ਹੀ ਅਗਰ ਇਹ ਚ ਮਾਈਨਸ ਆ ਜਾਏ, ਅਗਰ ਇਹ ਚ ਮਾਈਨਸ ਆ ਜਾਏ, ਜਿੱਦਾਂ a minus b ਦੀ ਪਾਵਰ n, ਤੇ ਇਹ ਕੀ ਬਣ ਜਾਂਦਾ? ਫਿਰ ਉਦਾਂ ਹੀ NC0, फिर 0 तो लैके NC0 कंबीनेशन ले लो, कितों दी? 0 तो लैके फिर n तक। फर्स्ट टर्म कितनी आ गई? a दी पावर, फिर n माइनस 0 आ गया ना, n माइनस 0 n, फिर तो b नहीं पाना, की पाना है? माइनस b दी पावर 0। प्लस माइनस से ध्यान रखना, माइनस b दी पावर 0। जे प्लस है तो b दी पावर प्लस b तो प्लस ही होंदा, लैन दी लोड़ ही नहीं, प्लस है ना। अगर माइनस है या तो इहनूं इदां ही कर दो, माइनस है तो माइनस नूं आपां इदां भी लिख सकते हैं ना, वो माइनस नूं आपां इदां भी लिख सकते हैं, प्लस माइनस b, है ना। वो इहनूं इदां भी लिख सकते हैं कि नहीं, प्लस नूं प्लस माइनस b। वो क्लीयर होया कि नहीं जी? ठीक है, इहनूं लिखण दी लोड़ नहीं है, जे लिखना है तो लिख लो साइड ते, सीधा ही है। फिर अगली टर्म किहड़ी आई है? NC1 a दी पावर n माइनस 1 माइनस b दी पावर 1। सुनने का ध्यान नाल सॉल्व कर ही देना मैं। फिर अगे NC2, फिर फर्स्ट टर्म दी पावर n, अच्छा जे फर्स्ट टर्म जो फर्स्ट टर्म नेगेटिव होगी तो फिर फर्स्ट टर्म ना माइनस a दी पावर, है ना, तो माइनस b का कितना आ गया? स्क्वायर। फिर अगे NC3 a दी पावर n माइनस 3 माइनस b का क्यूब प्लस सो ऑन। फिर सीधी लास्ट टर्म ही लिख देना, NCn a दी पावर 0 ते माइनस b दी पावर n। ठीक है जी, है प्लस का ते माइनस का। एक और चीज देख दो, माइनस से लिखे ही जाते हैं, तो ये सीधा भी लिख सकते हो अगर माइनस वाला आया। प्लस से चलो मैं रब करता, प्लस से सारी टर्म की आई, प्लस से सारी टर्म्स की आई में प्लस प्लस प्लस। मैं रब करता, तुम देखना पिछों थोड़ा जिहा बैक करके, किसी भी चीज की पावर 0 है तो कितना इनू है? यही है कि कंटिन्यू, है ना, NC0 ही। लिख
NC 0 1 ਹੁੰਦਾ जे लिखना लिख लो किसी चीज़ की पावर 0 है तो 1 फिर अगे NC 1 A की पावर n माइनस 1 माइनस सानू पता पिछे भी आप पढ़िया माइनस की पावर इवन होए थे वो माइनस 1 माइनस ही होंगे माइनस मतलब माइनस 1 अगर ए पावर इवन होए तो की होता है पॉजिटिव अगर ओड होए तो की होता है नैगेटिव आप पिछे भी पढ़ाई है ना कंपलैक्स नंबर से तो माइनस 1 की पावर 1 ਇਹਦਾ मतलब फिर है बन जाना इतने है बन जाना प्लस का माइनस फिर अगे प्लस NC2 इतने की है A माइनस B की पावर n NC2 A की पावर n अच्छा सॉरी नाल B भी आ गया ना फिर अगे NC2 A की पावर n माइनस 2 B स्क्वायर क्यों क्योंकि माइनस का स्क्वायर माइनस की पावर इवन है तो की बन जाना है पॉजिटिव है ना फिर अगे माइनस NC3 A की पावर n माइनस 3 B का क्यूब माइनस कितों आया देखो माइनस की पावर ओड है जिथे माइनस की पावर इवन होएगी उत्थे पॉजिटिव बन जाना जिथे ओड होएगी उत्थे की बन जाना है नेगेटिव उदा ही सो ऑन तुम यहाँ सीधा भी याद रख सकते हो अगर नेगेटिव पावर होए पॉजिटिव च की ही पॉजिटिव च आई तुम देखना पिछे डिवाइड करके पॉजिटिव च कहते सारिया टर्मां पॉजिटिव बनती हैं आल टर्म्स आर पॉजिटिव अगर A प्लस B होंदा तो नैगेटिव दे विच की होंदा या तो तुसीं इदां सॉल्व करके देख लियो या सीधा ही याद रख लियो एक प्लस एक माइनस एक प्लस एक माइनस एक प्लस एक माइनस पॉजिटिव दे विच सारियां टर्म्स पॉजिटिव होंदियां ते नैगेटिव आ जाए तो की हो जाना है इत्थे ए स्टैप करन दी लोड़ ही नहीं तुसीं सीधा ही कर सकते हो सीधा ही लिख सकते हो थल्लेड़ा करन दी लोड़ ही नहीं सीधा ही एक प्लस एक माइनस एक प्लस एक माइनस अच्छा जो ए लिखता एक प्लस एक माइनस फिर इतने माइनस भी ना पाए वो यही माइनस आया बाहर माइनस की पावर ओड ही तो माइनस बाहर आ गया इवन है तो पॉजिटिव ओड ही तो बाहर ए ना होए इत्थे भी माइनस ले दो तो इत्थे भी ले दो माइनस बी वो गलत हो जाना और फिर प्लस हो गया इदा नहीं यही माइनस बाहर आया ध्यान रखना या इदा लिख लियो पूरा एक्सपैंड करके या एक स्टेप शॉर्टकट मार लियो अगर माइनस है एक प्लस एक माइनस एक प्लस एक माइनस फिर बी का बी रहना फिर माइनस बी नहीं आना ठीक है माइनस होए तो एक प्लस एक माइनस एक प्लस एक माइनस फिर इतने बी का बी रहन दियो तो जो सारे प्लस पाने हैं तो फिर माइनस बी करो यही माइनस अपने आप जो ओड पावर का है वो बाहर आ जाना तो ईवन पावर का की होता है पॉजिटिव बन जाना ध्यान रखना है बाय यूजिंग बाइनोमियल थ्योरम वी एक्सपैंड हायर पावर इन टू वेरिएबल हुण आपां इहदा एक सम करना तो बाकी मैं तुहानूं फोटो खिच क्लिक करके देवांगा तो करियो ट्राई तुसीं जे निकलणगे तो जिद्दां तुहाडे कोल पहला सम यही है ध्यान नाल देखना ज़्यादातर माइनस वाले सम होने हैं जिद्दां आपां A माइनस B कीता ना ज़्यादा सम माइनस वाले ही होने हैं प्लस वाले भी गए पर माइनस वाले ज़्यादा है कन्फ्यूजिंग ना हो ध्यान रखियो एक प्लस एक माइनस जिद्दां सम नंबर पहला यही लिखे दा उन्हें मैं पूरी स्टेटमेंट नहीं लिखता एक्सपैंड करो बाय यूजिंग बाइनोमियल एक्सपैंड बाय यूजिंग बाइनोमियल किनू 1 माइनस 2x की पावर 5 आ गया ना 1 माइनस 2x की पावर 5 इस A कितना आ गया A कितना आ गया 1 तो B कितना आ गया माइनस 2x तो N कितना आ गया 5 ध्यान रखना ठीक है वो आर्टिकल आप सॉल्व नहीं किया आप आर्टिकल सिर्फ फार्मूला पढ़िया हुण ये सम इदां दे होने हैं देखना मैं तुहानूं फोटो क्लिक करके नाल सेंड करांगा जरूर बड़े सिंपल जे सम है 1 माइनस 2x की पावर 5 ये तो सिर्फ दो ही चीज़ां यूज हो रही है फैक्टोरियल ते कंबीनेशन दे विच अगे काफ़ी शॉर्टकट है मैं तुहानूं क्लीयर करवाई जाना नालों नाल या नैक्सट वीडियो तुहानूं दसांगा शॉर्टकट मैं इसकी कोशिश करनी है हुण इहनूं लगाओ ये n कितना आ गया 5 उत्थे आपां n पढ़िया ना n इत्थे कितना आ गया 5 ਇਹਦਾ मतलब है कितों शुरू होएगा ए देखना ए सिंपल लगने हुण 5C0 ए सिंपल लगने हुण 0 तो शुरू होयो तो कितों तक जाना है 5 तक NC आ रहा है ना n कितना आ गया 5 0 तो शुरू होयो तो कितों तक जाना है 5 तक पहला 5C0 फर्स्ट टर्म की पावर फर्स्ट टर्म 1 नहीं आ गया फर्स्ट टर्म की पावर 5 माइनस 0 5 तो सैकेंड टर्म हुण तुहाडी मर्जी है तुसीं इत्थे सीधा माइनस 2x लिखना माइनस 2x की पावर 0 या सीधा ही एक प्लस एक माइनस एक प्लस एक माइनस एक प्लस एक माइनस मैं इत्थे माइनस नहीं लिखना
मैं सीधा वही लिख देना 1 प्लस 1 माइनस। तो पहली की होनी स्टार्ट कितों होना प्लस, जो भी माइनस आएगा इधर इदा ए माइनस बी, माइनस ए प्लस बी नहीं ए माइनस बी, 1 प्लस 1 माइनस 1 प्लस 1 माइनस स्टार्ट कितों होना है प्लस तो। फिर अगली टर्म की आएगी माइनस, फिर अगे 5c1 0 0 है 5c1 1 की पावर 5 माइनस 1 4, फिर इतने 2x ही लिखियो 2x की पावर 1। वो इतने यही होंगे प्लस है माइनस के लिए यही है माइनस की पावर 1 जी होनी है बात, ठीक है कि नहीं। आप सीधा शॉर्टकट लगा लिया, सीधा ही माइनस फिर इतने प्लस, क्योंकि आप याद रख लिया ना माइनस आए तो क्या 1 प्लस 1 माइनस 1 प्लस 1 माइनस 1 स्टेप छोटा है ना तुहाडा। एक गल याद रखो 2x पूरा लियो 2x की पावर 1, ऐ ना कर दो 2 बाहर लिख लो तो x बाहर, फिर अगे प्लस माइनस फिर प्लस 5c2 1 की पावर कितनी आ गई, फिर माइनस करो 3 ते 2x की पावर कितना थले 2 है, जो थले पहली टर्म की पावर फर्स्ट टर्म की पावर कितनी होनी है n माइनस r, दोनों को माइनस करके ते दूजी टर्म की पावर 0, दूजी टर्म की पावर सॉरी है जड़ा है थले r 1 है ते 1 जे 2 है ते 2 ते पहली टर्म की दोनों को माइनस करके अगे 5c2 कितों तक जाना 5c5 तक 5c3 1 की पावर करो माइनस 5 माइनस 3 2 ते प्लस माइनस होनी ही प्लस माइनस प्लस ते माइनस 2x की कितनी आ गई क्यूब, फिर अगे 5c4 1 दोनों को माइनस करो 1 ते एट 2x की पावर कितनी आ गई 4, फिर 5c5 फर्स्ट टर्म कितनी है 1 की पावर कितनी आ गई 0 ते 2x की पावर 5, 2x की पावर कितनी आ गई 5। ਇਹ ਤੁਹਾਡਾ ਐਕਸਪੈਂਸ਼ਨ ਹੋ ਗਈ ਹੈ, ਮੈਂ ਥੋੜਾ ਇੱਧਰ ਕਰਕੇ ਲਿਖ ਦਿੰਦਾ, ਇਹ ਐਕਸਪੈਂਸ਼ਨ ਹੋ ਗਈ ਹੈ। ਹੁਣ ਆਪਾਂ ਸਿਰਫ ਇਹ ਕੰਬੀਨੇਸ਼ਨ ਹੀ ਖੋਲਨੇ ਹੈ, 5c0 ਕਿੰਨਾ ਹੁੰਦਾ ਹੈ 5c1 ਕਿੰਨਾ ਹੁੰਦਾ ਹੈ 5c2 ਕਿੰਨਾ ਹੁੰਦਾ ਹੈ 5c3 5c4 5c5 ਹੈ ਨਾ, ਤੇ ਜਾਂ ਫਿਰ ਇਹ 2x ਦੀ ਪਾਵਰ ਸਕੁਅਰ 2x ਦੀ ਕਿਊਬ 2x ਦੀ 4, ਬਸ ਅੱਗੇ ਕੈਲਕੂਲੇਸ਼ਨ ਹੀ ਹੈ। ਹੁਣ ਇਹ 5c0 ਕਿੰਨਾ ਹੁੰਦਾ ਹੈ 5c0 ਮੈਂ ਤੁਹਾਨੂੰ ਪਹਿਲਾਂ ਹੀ ਕਹੀ ਜਦੋਂ ਵੀ ਥੱਲੇ 0 ਹੋਏ ਤੇ ਕੀ ਹੁੰਦਾ 1, ਇਹਨੂੰ ਆਪਾਂ ਸੋਲਵ ਕਰਨ ਦੀ ਬਜਾਏ ਸਿੱਧਾ ਲਿਖ ਦਈਏ 1 ਦੀ ਪਾਵਰ ਜਿੰਨੀ ਮਰਜ਼ੀ ਕਰ ਲਓ ਇਹ ਵੀ 1, ਕਿਸੇ ਚੀਜ਼ ਦੀ ਪਾਵਰ 0 ਹੈ ਤੇ ਉਹ ਵੀ 1, ਇਹ ਤੁਹਾਡੇ ਕੋਲ ਫਸਟ ਟਰਮ ਆ ਗਈ ਹੈ ਨਾ। जब ਇਹਦੇ ਚ ਫਾਰਮੂਲਾ ਆਣਾ ਨਾ ਐਨਸੀਆਰ ਵਾਲਾ, ਆਪਾਂ ਪੜਿਆ ਨਾ ਐਨਸੀਆਰ ਦਾ ਫਾਰਮੂਲਾ, ਮੈਂ ਲਿਖ ਦੇਣਾ ਇੱਥੇ ਐਨਸੀਆਰ ਕਿਹਦੇ ਕੋਲ ਹੁੰਦਾ ਹੈ ਫੈਕਟੋਰੀਅਲ n ਫੈਕਟੋਰੀਅਲ r ਫੈਕਟੋਰੀਅਲ n ਮਾਈਨਸ r, ਫਾਰਮੂਲਾ ਕਰਾਇਆ ਨਾ ਉਹ ਯਾਦ ਰੱਖਣਾ, ਇੱਥੇ ਉਹੀ ਲੱਗਣਾ ਹਾਂ। ਇਹ ਤੁਹਾਨੂੰ ਕੰਬੀਨੇਸ਼ਨ ਇਹ ਬੜੇ ਤਰੀਕੇ ਨਾਲ ਖੁੱਲ ਜਾਂਦਾ ਹੈ। ਇੱਕ ਤਾਂ ਚਲੋ ਇਹ ਫਾਰਮੂਲਾ ਲਿਖਤਾ ਨਾ ਐਨਸੀਆਰ ਵਾਲਾ, ਇਹ ਬਿਨਾ ਐਨਸੀਆਰ ਫਾਰਮੂਲਾ ਲਾਇਆ ਵੀ ਨਿਕਲ ਜਾਂਦਾ ਹੈ, ਦੱਸਣਾ ਤੁਹਾਨੂੰ ਕਿੰਨਾ। ਇਹ 5c1 ਕਰੋ ਸੋਲਵ ਇਹਨੂੰ, 5c1 मतलब 5 फैक्टोरियल 5 फैक्टोरियल 1 फैक्टोरियल 4, फार्मूला लग गया। फिर अगे 1 की पावर 4 1 ही आ गया 2x, कई टर्म बन गई सेकंड। फिर अगे प्लस 5 अच्छा पावर 5 ही, तो मैं कहना जिन्नी पावर होए उस तो एक वध के टर्म होंगी, देखो कितनी बनी है 1 2 3 4 5 ते 6, ठीक है 5 पावर है तो कितनी टर्म्स बननी है 6, फर्स्ट टर्म आ गई, सेकंड उदा ही थर्ड, यह बड़ा वड्डा है आप 5c2 इदा नहीं करना, ठीक है। मैं तुम्हें यही वीडियो दसांगा जे लेंथी ना पई वीडियो, ठीक है, नहीं तो नैक्सट वीडियो जो तुहानूं यही वीडियो दसांगा भी यह किद्दां सॉल्व करनी है ना। यह होंदा ही तरीका 5c2 फैक्टोरियल 5 फैक्टोरियल 2 दोनों को माइनस करके 3, 1 की पावर 3 करोगे 1 ही, 2 का स्केयर 4 x स्केयर, 2 का भी होना है x का भी स्केयर होना है, 2 का स्केयर 4 तो x का स्केयर है ना। फिर अगे माइनस 5c3 फैक्टोरियल 5 फैक्टोरियल 3 करो दोनों को माइनस फैक्टोरियल 2, फिर 1 का स्केयर 1 ही आ गया, 2 का क्यूब 8x क्यूब, 1 2 3 4 टर्म हो गई, 2 रह गई, लिख लो इतने नाल ही ताकि अगली लाइन पूरा आ जाए सम। हुण 5c4 फैक्टोरियल 5 फैक्टोरियल 4 करो 5 ते 4 फैक्टोरियल 1, 2 की पावर 4 2 टू द 4 टू द 8 टू द 16 x 4, फिर अगे लास्ट 5c5
ਇਹ ਵੀ ਤੁਹਾਨੂੰ ਦੱਸਿਆ ਹੀ ਅਗਰ ਉੱਪਰ ਥੱਲੇ ਸੇਮ ਹੋਏ ਤੇ ਦੱਸਿਆ ਹੀ ਨਾ NC0 ਵੀ 1 ਹੁੰਦਾ ਹੈ ਤੇ NCN ਵੀ ਕਿੰਨਾ ਹੁੰਦਾ ਹੈ 1 NC0 ਵੀ 1 ਤੇ NCN ਵੀ 1 ਤੇ ਇਹਦਾ ਮਤਲਬ ਫਿਰ ਇਹ ਵੀ 1 ਹੋ ਜਾਏਗਾ 5C5 है ना चलाकी लगा रहे हैं ना 5C5 भी कितना हो गया 1 जे करना सॉल्व ते कर लो लो फैक्टोरियल 5 थल्ले फिर 5 ते थल्ले 0 2 दी पावर 5 32 x दी पावर 5 ਇਹ ਕੱਟ ਕੇ ਤੇ ਫਿਰ 1 ਨਹੀਂ ਬਣਨਾ है ना ਹੁਣ ਇਹਦੀ ਕੈਲਕੂਲੇਸ਼ਨ ਕਰਿਓ ਇਹ 1 ਮੈਂ ਇਹਨੂੰ ਕੱਟ ਕੇ ਸਿੱਧਾ 1 ਹੀ ਲਿਖ ਦੇਣਾ है ना ਤਾਂ ਕਿ ਛੋਟਾ ਜਿਹਾ ਥੱਲੇ ਬਣ ਜੇ 1 32x ਦੀ ਪਾਵਰ 5 देखना आ गया वीडियो एक मिनट 1 माइनस करो इनू 5 फिर फैक्टोरियल 4 आप पूरा नहीं खोलिया है ना फैक्टोरियल 4 ना फैक्टोरियल 4 कट्टे हैं देख लियो 5 × 4 × 3 × 2 × 1 दसिया पहला वीडियो देखना स्टार्टिंग जे कन्फ्यूजन होगी इससे इंटू 2x फिर अगे प्लस 5 × 4 इंटू फैक्टोरियल 3 नीचे भी कितना आ गया 2 × 1 फैक्टोरियल 3 4x स्क्वायर माइनस 5 × 4 × फैक्टोरियल 3 × 2 × 1 8x क्यूब चलो मैं ऊपर लिख देना है ना 8x क्यूब उदा ही टर्म कितनी आ गई 5 × फैक्टोरियल 4 फैक्टोरियल 1 1 ही होंगे प्लस 32x दी 5 सारी टर्म आ रही है 1 2 3 4 5 ते 6 इक्वल टू ना पायो ਇਹਦੇ ਨਾਲ ਹੀ ਹੈ 1 2 3 4 5 ਤੇ 6 अब रब करदा इस तो बाद फिर तो शुरू हो जाओ ਇਹ ਕਿੰਨਾ ਬਣ ਗਿਆ 4 ਨਾਲ 4 ਕੱਟਿਆ ਗਿਆ 1 ਮਾਈਨਸ 5 to the 10x 5 to the 10 f फैक्टोरियल 3 कटाया गया 2 है ना 2 to the 4 5 to the 10 10 for the 40 plus 40x square साढ़े को लेफ्ट हैंड साइड देखी क्या ही 1 minus 2x दी पावर 5 साढ़े को लेफ्ट हैंड साइड देखी क्या ही 1 minus 2x दी पावर 5 फिर अगे ए टर्म कितनी आ गई फर्स्ट सेकंड थर्ड हो गई फोर्थ एफ ए 3 ना 3 कटिया गया 2 ना 2 ए कितना बन गया 5 to the 10 10 8 दा 80 80x क्यूब फिर अगे फोर्थ टर्म है कटेगी 16 5 दा 80 x4 अच्छा प्लस माइनस इतने आप गलती कर गए देखा ही नहीं प्लस माइनस ते है कि नहीं माइनस इतने भी माइनस है ना ते इतने भी क्या आएगा जी मेरा माइनस ते है कि नहीं प्लस माइनस ते लास्ट फिर माइनस 32x दी 5 ते यह साडे को सम सॉल्व हो गया 1 minus 2x दी होल पावर 5 ਇਹ ਤੁਹਾਡਾ ਸਮ ਕੰਪਲੀਟ ਹੈ ਇੱਕ ਤੁਹਾਨੂੰ ਸਾਰੇ ਸਮ ਇਦਾਂ ਦੇ ਆਣੇ ਹੈ 1 minus 2x ਦੀ ਪਾਵਰ 5 ਜਾਂ ਕੁਝ ਵੀ ਇਦਾਂ ਦਾ ਪਾ ਸਕਦਾ ਹੈ ਧਿਆਨ ਨਾਲ ਦੇਖ ਲਓ ਸਮ ਬਾਈਨੋਮੀਅਲ ਕਿੱਥੋਂ ਸ਼ੁਰੂ ਕੀਤਾ ਸੀ ਆਪਾਂ ਫਾਰਮੂਲਾ ਦੇਖਣਾ ਆਪਾਂ ਕੀ ਕਿਹਾ ਸੀ ਜਿੰਨਾ ਇੱਥੇ ਪਾਵਰ ਹੋਏਗੀ ਇਹ n ਹੁੰਦਾ n ਨਾ ਹਰ ਸਮ ਚੈਨਲ ਲਿਖ ਲਿਓ n ਮਤਲਬ ਜਿਹੜੀ ਇਹ ਪਾਵਰ ਹੈਗੀ 0 ਤੋਂ ਸ਼ੁਰੂ ਹੋਇਓ 1 2 3 4 5 ਤੱਕ ਉੱਪਰ n ਹੀ ਰਹਿਣਾ ਨਾ 5 ਜੇ 6 ਹੈ ਤੇ 6 ਜੇ 7 ਹੈ ਤੇ 7 ਫਿਰ ਇਹਨਾਂ ਨੂੰ ਕੰਬੀਨੇਸ਼ਨ खोल के ध्यान रखना अगर माइनस है 1 प्लस 1 माइनस 1 प्लस 1 माइनस सीधा लिख लियो गलती घट लगती है उदा करोगे तो थोड़ी गलती लग जाएगी इधर एक सम कंप्लीट हो गया ये देखो यह सम अपने 1 2 3 4 स्टैप च किया यह सम आप 2 स्टैप च 3 स्टैप च भी कर सकते हैं किदा
देखो ये सानू प्रॉब्लम की आई है 5C0 5C1 5C2 इनू खोलने च प्रॉब्लम आई देखो कितने तक चल गया। एक तो यह मैथड हो गया। तुसी ये जिहड़े कंबीनेशन है ਇਹ ਜਿਹੜੇ ਕੰਬੀਨੇਸ਼ਨ ਹੈਗੀ ਹੈ ਇਹਨਾਂ ਦੀ ਵੈਲਿਊ ਦੋ ਤਰੀਕਿਆਂ ਨਾਲ ਕਰ ਸਕਦੇ ਹੋ, ਦੋ ਦੇ ਵੀ ਤਿੰਨ ਤਰੀਕੇ ਹੁੰਦੇ ਆ। ਇੱਕ ਤਾਂ ਇਹ ਹੋ ਗਿਆ ਐਨਸੀਆਰ ਦਾ ਫਾਰਮੂਲਾ ਲਾ ਕੇ, ਇੱਕ ਤਾਂ ਫਾਰਮੂਲਾ ਲਾ ਕੇ, ਦੂਜਾ ਹੁੰਦਾ ਪਾਸਕਲ ਰੂਲ ਲਗਾ ਕੇ। ਦੂਜਾ ਕੀ ਹੁੰਦਾ ਪਾਸਕਲ ਰੂਲ ਲਗਾ ਕੇ। ਕਿੱਦਾਂ ਮੈਂ ਆਪ ਕਰਕੇ ਤੁਹਾਨੂੰ ਦੱਸਣਾ। ਤੁਹਾਡਾ ਇੱਕ ਸਮ ਕੰਪਲੀਟ ਹੋ ਗਿਆ, ਮੈਂ ਇੱਕੋ ਸਮ ਤੇ ਦੋਨੋਂ ਚੀਜ਼ਾਂ ਦੱਸਣਾ। ਤੁਸੀਂ ਵੀ ਕੋਸ਼ਿਸ਼ ਕਰਿਓ ਪਾਸਕਲ रूल ही लगाओ, है ना। सम की गाही मैं स्टेटमेंट पे लिख देना ऊपर, एक्सपैंड है ना। पास्कल रूल की कहता है एक ट्री जो बना देना तुम 1 1 पहला अपने वालों 1 1 लिख लेना, ठीक है। फिर अगे नीचे 1 फिर 1 स्टार्टिंग ते लास्ट ਦੇ ਵਿੱਚ 1 1 ਹੀ ਆਣਾ हर एक स्टेप है। सेकंड स्टेप आ गया ना, पहला स्टेप 1 1, दूजा जिन्ने भी स्टेप करोगे ਉਹਦੇ फर्स्ट ਤੇ लास्ट ਚ 1 1 ही आना। फिर सेकंड स्टेप ਚ 1, फिर अगे की आना दोनों प्लस करो 1 + 1 2। एक्चुअल ਇਦਾਂ ਹੁੰਦਾ पहला 1 1 फिर अगे ਇਹਨੂੰ ਇਹਦੇ ਨਾਲ प्लस, चलो सीधा लिख लो पहला 1 1 फिर अगे फिर 1 फिर दोनों प्लस करो 1 + 1 2 फिर लास्ट ਚ 1। तीजे स्टेप च फिर 1 स्टार्टिंग ते लास्ट च 1, फिर अगे 3 1 + 2 3 फिर 2 + 1 3 फिर अगे 1 + 0 1 फिर अगे चौथे स्टेप च स्टार्टिंग ते 1 फिर प्लस करो 1 + 3 4 3 + 3 प्लस करना मल्टीप्लाई 6 3 + 1 4 ਤੇ फिर लास्ट च 1। स्टार्टिंग ते लास्ट च 1 ਤੇ ਵਿੱਚ ਕੀ ਆਈ ਨਾ प्लस करते करते ਇਹ ਕਿੰਨੇ ਇਹ ਫਸਟ ਸਟੈਪ ਹੈ, ਸੈਕੰਡ ਸਟੈਪ ਹੈ, ਥਰਡ ਸਟੈਪ ਤੇ ਹੈ ਫੋਰਥ ਸਟੈਪ। ਫਿਰ ਅੱਗੇ ਫਿਫਥ ਸਟੈਪ ਜੇ ਜਾਣਾ ਇਹਦੇ 1 ਫਿਰ ਅੱਗੇ 5 ਫਿਰ ਅੱਗੇ 6 ਤੇ 4 10 ਫਿਰ ਅੱਗੇ 6 ਤੇ 4 10 4 ਤੇ 1 5 ਤੇ ਲਾਸਟ 'ਚ 1। ਤੇ ਦੋ ਚੀਜ਼ਾਂ ਸੁਣਨਾ, ਪਹਿਲੇ ਸਟੈਪ 'ਚ ਦੋ ਵੈਲਿਊ ਆਣੀ ਹੈ, ਦੂਜੇ ਸਟੈਪ 'ਚ 3 ਆਣੀ ਹੈ, ਤੀਜੇ ਸਟੈਪ 'ਚ 4 ਆਣੀ ਹੈ, ਚੌਥੇ ਸਟੈਪ 'ਚ 5 ਆਣੀ ਹੈ, ਪੰਜਵੇਂ ਸਟੈਪ 'ਚ 6 ਆਣੀ है तो छेवां स्टैप 7 आनी है, सतवें स्टैप च 8। पहला स्टैप है, दूजा तीजा चौथा पंजवां। जे छेवां करोगे 1 6 एनु प्लस करो 15 प्लस करो 20 प्लस करो 15 प्लस करो 6 ते लास्ट फिर 1 ते काउंट करो लास्ट च कितनियां बन गईयां। फिर कितनियां बन जानियां तुहाडे कोल 7 वैल्यूज। आपां किन्ने स्टैप करने हैं, आपां ने किन्ने स्टैप करने हैं जिन्नी पावर होएगी। 5 पावर है, ਇਹਦਾ ਮਤਲਬ ਤੁਸੀਂ ਕਿੰਨੇ ਸਟੈਪ ਕਰਨੇ ਆ 5 1 2 3 4 ਤੇ 5। ਇਹ ਮੈਂ ਕੀ ਦੱਸਣੇ ਤੁਹਾਨੂੰ, ਇਹ ਤੁਹਾਨੂੰ ਇੱਕ ਹੋਰ ਮੈਥਡ ਦੱਸਣੇ ਆ। ਇਹ ਸਿਰਫ ਕੰਬੀਨੇਸ਼ਨ ਖੋਲਣ ਦੀ, ਬਾਕੀ ਉਦਾਂ ਹੀ ਕਰਨਾ ਹੈ। ਕੰਬੀਨੇਸ਼ਨ ਜਾਂ ਤਾਂ ਤੁਸੀਂ ਐਨਸੀਆਰ ਵਾਲਾ ਫਾਰਮੂਲਾ ਲਗਾ ਕੇ ਕਰ ਲਿਓ ਤੇ ਜਾਂ ਇਹ ਪਾਸਕਲ ਰੂਲ ਲਗਾ ਕੇ ਕਰ ਲਿਓ। ਕਿੱਦਾਂ ਇਹ ਦੇਖ ਲਓ, ਬੜਾ ਸਿੰਪਲ ਜਿਹਾ ਬਣ ਗਿਆ। ਇਹ ਥੋੜਾ ਜਿਹਾ ਰਫ ਚ ਕਰਿਓ, ਹੈ ਨਾ। ਚਲੋ ਮੈਂ ਲਿਖਤਾ ਅੰਦਰ ਹੁਣ ਇੱਕ ਮੈਥਡ ਦੇ ਕਰਵਾਈ ਜਿੱਦਾਂ ਤੁਹਾਨੂੰ ਦੇਖਣਾ। 5 स्टेप हो गए 1 2 3 4 5। ਇਹ ਵੈਲਿਊ ਕੋਮਾ ਪਾ ਕੇ ਅਲੱਗ ਅਲੱਗ ਵੈਲਿਊ ਹੈ, ਇਕੱਠੀਆਂ ਨਹੀਂ, ਅਲੱਗ ਅਲੱਗ। ਇਹ ਵਿੱਚ ਇਹਦਾ ਮਤਲਬ 5C0 ਦੀ ਵੈਲਿਊ ਕਿੰਨੀ ਹੋਏਗੀ, ਆ ਜਿਹੜੀ ਪਹਿਲੀ ਵੈਲਿਊ ਹੈ ਵਿੱਚ ਕੋਮਾ ਪਾ ਲਈ। 5C0 ਦੀ ਵੈਲਿਊ ਕਿਹੜੀ ਹੋਏਗੀ, ਇਹ ਜਿਹੜੀ ਪਹਿਲੀ ਵੈਲਿਊ ਹੈ 5C0 1। ਉੱਥੇ ਵੀ ਚੈੱਕ ਕਰੋ 1 ਨਹੀਂ ਹੈ, ਕਿਸੇ ਚੀਜ਼ ਦੀ ਪਾਵਰ 0 ਹੋਏ ਤੇ 1, ਬਾਕੀ ਉਦਾਂ ਹੀ ਸੋਲਵ ਕਰਨਾ। -5C1 दूजी वैल्यू है, ਇਹਦੀ ਵੀ ਦੂਜੀ ਵੈਲਿਊ ਕਿੰਨੀ ਆ ਗਈ 5। ਇਹਦਾ ਮਤਲਬ ਇਹਦੀ 5C1 ਦੀ ਵੈਲਿਊ ਕਿੰਨੀ ਹੋਏਗੀ 5। ਫਿਰ ਬਾਕੀ ਉਦਾਂ ਹੀ 1 ਦੀ ਪਾਵਰ 4 1 ਇਹ ਨਾਲ ਕਿੰਨਾ ਆਇਆ 2x ਚੈੱਕ ਕਰਨਾ। ਫਿਰ ਅੱਗੇ 5C2 ਤੀਜੀ ਵੈਲਿਊ, ਇਹ ਚ ਤੀਜੀ ਵੈਲਿਊ ਕਿੰਨੀ ਹੈ 10। ਇਹਦਾ ਮਤਲਬ 5C2 ਕਿੰਨਾ ਆਏਗਾ 10। ਫਿਰ ਅੱਗੇ 1 ਦੀ ਪਾਵਰ 1 ਹੀ ਰਹੀ ਤੇ ਇਹ ਕਿੰਨਾ ਆਇਆ 4x²। ਫਿਰ -5C3 1 2 3 4 चौथी वैल्यू है 1 2 3 चौथी वैल्यू या भी कितनी आ गई 10। 1 का स्क्वायर 1 नहीं 8x³। फिर अगे प्लस 5C4 5 2 की पावर 4 कितनी आ गई 16। तो फिर लास्ट -5C5 थोड़ा इधर करके लिख लिया कितनी आई थी -10
प्लस 5c4 5 16 5c5 फिर लास्ट कितनी आ गई 1 ਤੇ 32x ਦੀ 5 ਦੇਖੋ ਕਿੰਨਾ ਸਿੰਪਲ ਹੋ ਗਿਆ ਕੰਬੀਨੇਸ਼ਨ ਨੂੰ ਜਦੋਂ ਤੁਸੀਂ ਖੋਲਣਾ ਹੈ ਬਾਈਨੋਮੀਅਲ ਕਿੰਨਾ ਖੋਲਦੇ ਕੰਬੀਨੇਸ਼ਨ ਲੈ ਕੇ ਕੰਬੀਨੇਸ਼ਨ ਜਦੋਂ ਤੁਸੀਂ ਖੋਲਨੇ ਆ ਕੰਬੀਨੇਸ਼ਨ ਨੂੰ ਖੋਲਣ ਦੇ ਦੋ ਫਾਰਮੂਲੇ ਆ ਐਨਸੀਆਰ ਨੂੰ ਖੋਲਣ ਦੇ ਦੋ ਫਾਰਮੂਲੇ ਆ ਇੱਕ ਤਾਂ ਤੁਸੀਂ ਇਹ ਫਾਰਮੂਲਾ ਯਾਦ ਰੱਖ ਲਿਓ ਇਹ ਥੋੜਾ ਲੈਂਥੀ ਪੈਂਦਾ ਹੈ ਨਾ ਇੱਕ ਹੋਰ ਵੀ ਤਰੀਕਾ ਹੁੰਦਾ ਹੈ ਉਹ ਬਾਅਦ ਵਿੱਚ ਦੱਸਾਂਗੇ ਅਸੀਂ ਦੋ ਬੜੇ ਆ ਐਨਸੀਆਰ ਜਾਂ ਤਾਂ ਫਾਰਮੂਲਾ ਲਗਾ ਲਿਓ ਜਾਂ ਇਹ ਪਾਸ ਕਰ ਲਓ ਕਿੱਥੋਂ ਤੱਕ ਲਗਾਣਾ ਹੈ ਜਿੰਨੀ ਪਾਵਰ ਦਿੱਤੀ ਹੈਗੀ ਅਗਰ 5 ਹੈ ਤੇ 5 ਅਗਰ 6 ਹੈ ਤੇ ਇੱਕ ਹੋਰ ਲਿਖਣਾ ਪੈਣਾ ਥੱਲੇ ਫਿਰ ਅਗਰ 4 ਹੁੰਦੀ ਤੇ ਫਿਰ ਇੱਥੋਂ ਤੱਕ ਹੀ ਹੈ ਨਾ ਇਹ ਟਰਾਈ ਕਰਿਓ ਪਾਸ ਕਰ ਰੂਲਾ ਤੇ ਇਹਨੂੰ ਫਿਰ ਸੋਲਵ ਕਰੋ ਫਿਰ ਬਣਨਾ ਉਹੀ ਹੈ 1 ਮਾਈਨਸ ਇਹ ਕਿੰਨਾ ਆ ਗਿਆ 5 2 ਦਾ 10x ਇਹ ਕਿੰਨਾ ਆ ਗਿਆ ਪਲੱਸ 40x ਸਕੁਅਰ ਆਨਸਰ ਉਹੀ ਬਣਨਾ ਪਰ ਇਹ ਹੈਗਾ ਛੋਟਾ ਬਣ ਗਿਆ ਮਾਈਨਸ 80x ਕਿਊਬ ਪਲੱਸ 80x4 ਮਾਈਨਸ 32x ਦੀ 5 ਬਣਨਾ ਉਦਾਂ ਹੀ ਹੈ ਪਰ ਇਹ ਕੀ ਹੋ ਗਿਆ ਸਾਡੇ ਕੋਲ ਸਿੰਪਲ ਹੋ ਗਿਆ ਤੇ ਇਹ ਮੈਂ ਤੁਹਾਨੂੰ ਨਾਲ ਇੱਕ ਫੋਟੋ ਕਲਿੱਕ ਕਰਕੇ ਭੇਜਾਂਗੇ 4-5 ਸਮ ਦੀ ਤੇ ਹੁਣ ਡੇਲੀ ਦੀ ਡੇਲੀ ਤੁਹਾਡੀ ਵੀਡੀਓ ਅਪਲੋਡ ਹੋ ਜਾਏਗੀ ਜਾਂ ਹੋ ਸਕਦਾ ਵਿੱਚ ਇੱਕ ਦਿਨ ਬ੍ਰੇਕ ਪੈ ਜਾਏ ਕਿਉਂਕਿ ਹੁਣ ਤੁਹਾਡਾ ਫਾਈਨਲੀ ਮੈਨੂੰ ਲੱਗਦਾ ਅਨਾਉਂਸ ਵੀ ਹੋ ਗਿਆ ਨੈਕਸਟ ਕਲਾਸਿਸ ਦਾ ਤੇ ਇਹ ਕਰਨਾ ਸਮ ਟਰਾਈ ਬਾਈਨੋਮੀਅਲ ਥਿਊਰਮ ਥੈਂਕ ਯੂ ਬੇਟਾ